ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਮੌਜੂਦਾ ਸਮੇਂ ਦੀ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਲੀਡਰ ਲਗਾਤਾਰ ਜੋ ਹੈ ਇਹ ਵਕਾਲਤ ਕਰ ਰਹੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਸੂਰਤ ਵਿੱਚ ਸਮਝੌਤਾ ਨਹੀਂ ਕਰਾਂਗੇ ਤੇ 13 ਸੀਟਾਂ ਤੇ ਅਸੀਂ ਆਪਣੇ ਦਮ ਤੇ ਲੜਾਂਗੇ। ਤੇ ਹੁਣ ਜੇ ਆਪਾਂ ਗੱਲ ਆਮ ਆਦਮੀ ਪਾਰਟੀ ਦੀ ਵੀ ਕਰ ਲਈਏ ਤਾਂ ਆਮ ਆਦਮੀ ਪਾਰਟੀ ਵੱਲੋਂ ਮੰਤਰੀ ਅਨਮੋਲ ਗਗਨ ਮਾਨ ਦਾ ਵੀ ਕੱਲ ਬਿਆਨ ਆਇਆ, ਜਿਸ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਦਾ ਪੱਖ ਵੀ ਸਾਹਮਣੇ ਰੱਖਿਆ। ਉਹਨਾਂ ਨੇ ਕਿਹਾ ਕਿ ਅਸੀਂ ਵੀ ਜੋ ਹੈ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਹੀ ਚੋਣਾਂ ਲੜਾਂਗੇ। ਸੋ ਕਿਵੇਂ ਦੇਖੀਏ ਕਿ ਚਾਹੇ ਗੱਲ ਆਪਾਂ ਆਮ ਆਦਮੀ ਪਾਰਟੀ ਦੀ ਕਰ ਲਈਏ ਹੁਣ, ਚਾਹੇ ਕਿ ਗੱਲ ਕਾਂਗਰਸ ਪਾਰਟੀ ਦੀ ਗੱਲ ਕਰੀਏ, ਦੋਨਾਂ ਦੀ ਲੀਡਰਸ਼ਿਪ ਨੇ 13 ਦੀਆਂ 13 ਸੀਟਾਂ ਲਈ ਆਪਣਾ ਸਟੈਂਡ ਲੈ ਲਿਆ। ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਵਿੱਚ ਤੇ ਨਾਲ ਦੀ ਨਾਲ ਰਾਹੁਲ ਗਾਂਧੀ ਦੀ ਗੱਲ ਕਰਦੇ ਹਾਂ ਤਾਂ ਉਹ ਇੰਡੀਆ ਗਠਬੰਧਨ ਦਾ ਹਿੱਸਾ ਨੇ ਤੇ ਉਹ ਚਾਹੁੰਦੇ ਨੇ ਕਿ ਰਲ ਕੇ ਜੋ ਹੈ ਚੋਣਾਂ ਲੜੀਆਂ ਜਾਣ। ਪਰ ਇਹ ਰਣਨੀਤੀ ਜੋ ਹੁਣ ਚੱਲ ਰਹੀ ਹੈ ਪੰਜਾਬ ਦੇ ਵਿੱਚ, ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੋਹਾਂ ਦੀ ਲੀਡਰਸ਼ਿਪ ਨੇ ਜਿਹੜਾ ਸਟੈਂਡ ਲੈ ਲਿਆ 13 ਦੀਆਂ 13 ਸੀਟਾਂ ਨੂੰ ਲੈ ਕੇ, ਇਸ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹੋਗੇ ਹੁਣ? ਹਰਜੋਤ ਜੀ, ਬਹੁਤ ਹੀ ਨਵੀਂ ਤਰ੍ਹਾਂ ਦਾ ਮਾਹੌਲ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਦੋਵੇਂ ਧਿਰਾਂ ਦੇ ਲੀਡਰਾਂ ਦਾ ਵੇਖਣ ਨੂੰ ਮਿਲ ਰਿਹਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਸਾਨੂੰ ਪਾਰਟੀ ਦੀ ਹਾਈ ਕਮਾਂਡ ਨੇ ਕਿਹਾ ਕਿ ਤੁਸੀਂ 13 ਦੀਆਂ 13 ਸੀਟਾਂ ਤੇ ਤਿਆਰੀ ਕਰੋ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਅਸੀਂ 13 ਦੀਆਂ 13 ਸੀਟਾਂ ਤੇ ਲੜਾਂਗੇ, ਅਸੀਂ ਪਾਰਟੀ ਦੀ ਹਾਈ ਕਮਾਂਡ ਨੂੰ ਦੱਸਾਂਗੇ ਕਿ ਕਾਡਰ ਕੀ ਚਾਹੁੰਦਾ ਹੈ, ਵਲੰਟੀਅਰ ਕੀ ਚਾਹੁੰਦਾ ਹੈ, ਔਰ ਪਾਰਟੀ ਹਾਈ ਕਮਾਂਡ ਸਾਡੀ ਗੱਲ ਸੁਣੇ ਬਿਨਾਂ ਫੈਸਲਾ ਨਹੀਂ ਲਏਗੀ। ਸੋ ਲਗਾਤਾਰ ਪੰਜਾਬ ਦੇ ਵਿੱਚ ਜਦੋਂ ਦਾ ਇੰਡੀਆ ਗਠਬੰਧਨ ਬਣਿਆ, ਦਿੱਲੀ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਕਿ 26 ਦੀਆਂ 26 ਧਿਰਾਂ ਪਾਰਲੀਮੈਂਟ ਦੀਆਂ ਚੋਣਾਂ ਮਿਲ ਕੇ ਲੜਨਗੀਆਂ। ਉਸ ਦਿਨ ਤੋਂ ਹੀ ਪੰਜਾਬ ਦੀ ਜਿਹੜੀ ਕਾਂਗਰਸ ਦੀ ਯੂਨਿਟ ਹੈ, ਪੰਜਾਬ ਵਾਲੀ, ਪੰਜਾਬ ਦੀ ਕਾਂਗਰਸ ਦੀ ਇਕਾਈ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਪੰਜਾਬ 'ਚ ਲੋਕ ਸਭਾ ਚੋਣਾਂ ਆਪ ਨਾਲ ਮਿਲ ਕੇ ਨਹੀਂ ਲੜਨੀਆਂ, ਅਸੀਂ 13 ਦੀਆਂ 13 ਸੀਟਾਂ ਆਪਣੇ ਦਮ ਤੇ ਲੜਾਂਗੇ। ਅਸੀਂ ਆਪਣੀ ਹਾਈ ਕਮਾਂਡ ਨੂੰ ਦੱਸਾਂਗੇ ਕਿ ਸਾਡੀ ਹਾਈ ਕਮਾਂਡ ਨੇ ਹਜੇ ਤੱਕ ਇਹ ਨਹੀਂ ਕਿਹਾ ਕਿ ਅਸੀਂ ਪੰਜਾਬ 'ਚ ਸੀਟਾਂ ਵੰਡਾਂਗੇ। ਜਦ ਕਿ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣੀ ਹੈ ਮਹਾਰਾਸ਼ਟਰ ਦੇ ਵਿੱਚ 13 ਮੈਂਬਰਾਂ ਦੀ, ਉਹ ਕੋਆਰਡੀਨੇਸ਼ਨ ਕਮੇਟੀ ਦਾ ਇਹ ਕਹਿਣਾ ਹੈ ਕਿ ਅਸੀਂ ਪੂਰੇ ਮੁਲਕ 'ਚ ਕਿਹੜੇ ਸੂਬੇ 'ਚ ਕਿਵੇਂ ਸੀਟਾਂ ਵੰਡਣੀਆਂ, ਕਿਵੇਂ ਸਾਡਾ ਇਲੈਕਸ਼ਨ ਮੈਨੀਫੈਸਟੋ ਹੋਊਗਾ, ਕਿਹੜੇ ਮੁੱਦੇ ਹੋਣਗੇ, ਕਿਵੇਂ ਸਾਂਝੀਆਂ ਰੈਲੀਆਂ ਕਰਨੀਆਂ ਨੇ, ਅਸੀਂ ਤੈਅ ਕਰਾਂਗੇ। ਪ੍ਰਤਾਪ ਬਾਜਵਾ ਜੀ ਕਹਿ ਚੁੱਕੇ ਨੇ ਕਿ ਟੈਲੀਵਿਜ਼ਨ ਇੰਟਰਵਿਊ 'ਚ ਕਿ ਮੈਂ ਭਗਵੰਤ ਮਾਨ ਨਾਲ ਮੰਚ ਨਹੀਂ ਸਾਂਝਾ ਕਰਨਾ। ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਪੰਜਾਬ ਦੀ ਸੂਬਾ ਇਕਾਈ ਬਹੁਤ ਅੱਗੇ ਵੱਧ ਗਈ, ਜਿਸ ਤੋਂ ਬਾਅਦ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਇਕਾਈ ਨੂੰ ਮਜਬੂਰਨ ਇਹ ਕਹਿਣਾ ਪਿਆ ਕਿ ਅਸੀਂ ਵੀ 13 ਦੀਆਂ 13 ਸੀਟਾਂ ਤੇ ਚੋਣਾਂ ਲੜਾਂਗੇ। ਕੱਲ੍ਹ ਬੀਬੀ ਅਨਮੋਲ ਗਗਨ ਮਾਨ ਜਿਹੜੇ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ। ਸੋ ਅਨਮੋਲ ਗਗਨ ਮਾਨ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ, ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਆਪਣੇ ਪੱਧਰ ਤੇ ਬਿਆਨ ਨਹੀਂ ਦਿੱਤਾ। ਜਿਹੜਾ ਬੀਬੀ ਅਨਮੋਲ ਗਗਨ ਮਾਨ ਉਹਨਾਂ ਦਾ ਬਿਆਨ ਹੈ ਉਹ ਕਿਤੇ ਨਾ ਕਿਤੇ ਪਾਰਟੀ ਵੱਲੋਂ ਉਹਨਾਂ ਨੂੰ ਇਸ਼ਾਰਾ ਸੀ, ਪਾਰਟੀ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਅਸੀਂ ਕਿਸ ਲਾਈਨ ਤੇ ਪੰਜਾਬ 'ਚ ਅੱਗੇ ਵਧਣਾ ਹੈ। ਸੋ ਹੁਣ ਅਨਮੋਲ ਗਗਨ ਮਾਨ ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਕਿ ਅਸੀਂ 13 ਦੀਆਂ 13 ਸੀਟਾਂ ਪੰਜਾਬ 'ਚ ਆਪਣੇ ਦਮ ਤੇ ਲੜਾਂਗੇ, ਅਸੀਂ ਕੋਈ ਗਠਬੰਧਨ ਨਹੀਂ ਕਰਨਾ ਚਾਹੁੰਦੇ, ਇਹਦਾ ਮਤਲਬ ਹੈ ਗੱਲ ਫੇਰ ਬਰਾਬਰੀ ਦੀ ਆ ਗਈ। ਆਮ ਆਦਮੀ ਪਾਰਟੀ ਇਹ ਸੁਨੇਹਾ ਦੇਣਾ ਚਾਹੁੰਦੀ ਸੀ, ਲੋਕਾਂ 'ਚ ਇਹ ਸੁਨੇਹਾ ਨਾ ਜਾਵੇ ਕਿ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਮਿਲ ਕੇ ਨਹੀਂ ਲੜਨਾ ਤੇ ਆਮ ਆਦਮੀ ਪਾਰਟੀ ਚੁੱਪ ਰਵੇ। ਸੋ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਵੀ ਆਪਣਾ ਸਟੈਂਡ ਕਲੀਅਰ ਕਰਤਾ ਕਿ ਜੇ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਇਸ ਤਰ੍ਹਾਂ ਦੇ ਬਿਆਨ ਦੇਵੇਗੀ ਤੇ ਅਸੀਂ ਵੀ ਤਿਆਰ ਹਾਂ 13 ਦੀਆਂ 13 ਸੀਟਾਂ ਤੇ ਆਪਣੇ ਪੱਧਰ ਤੇ ਲੜਨ ਦੇ ਲਈ। ਸੋ ਇਹ ਜਿਹੜੀ ਹੈ ਇਹ ਬੜੀ ਦਿਲਚਸਪ ਮੋੜ ਤੇ ਪੰਜਾਬ ਦੀ ਸਿਆਸਤ ਪਹੁੰਚੀ ਹੈ। ਹੁਣ ਕਿਉਂਕਿ ਸੀਟਾਂ ਦੀ ਵੰਡ ਤਾਂ ਹੋਣੀ ਹੈ, ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ, ਕੋਆਰਡੀਨੇਸ਼ਨ ਕਮੇਟੀ ਨੇ ਤਾਂ ਇਹ ਫੈਸਲਾ ਕਰਨਾ ਹੀ ਹੈ ਕਿ ਕਿਹੜੀ ਸਟੇਟ 'ਚ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਤੇ ਲੜਨਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਵੱਖਰੀ ਤਰ੍ਹਾਂ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਯਤਨਾਂ ਦੇ ਵਿੱਚ ਨੇ। ਕਾਂਗਰਸ ਇਹ ਸੋਚਦੀ ਹੋਣੀ ਹੈ ਕਿ ਅਗਰ ਅਸੀਂ ਵੱਖਰੀ ਮੰਗ ਨਹੀਂ ਕਰਾਂਗੇ ਕਿ ਅਸੀਂ 13 ਦੀਆਂ 13 ਸੀਟਾਂ ਤੇ ਨਹੀਂ ਲੜਨਾ
ਕਿਤੇ ਇਹ ਨਾ ਹੋਵੇ ਕਿ ਆਮ ਆਦਮੀ ਪਾਰਟੀ ਸਾਨੂੰ ਘੱਟ ਸੀਟਾਂ ਛੱਡਣ ਲਈ ਤਿਆਰ ਹੋਵੇ ਜਾਂ ਕੋਆਰਡੀਨੇਸ਼ਨ ਕਮੇਟੀ 'ਚ ਸਾਡਾ ਕਿਤੇ ਦਾਅਵਾ ਕਮਜ਼ੋਰ ਨਾ ਪੈ ਜੇ। ਹੁਣ ਜਦੋਂ ਸੂਬੇ ਦੀਆਂ ਇਕਾਈਆਂ 13 ਦੀਆਂ 13 ਸੀਟਾਂ ਤੇ ਲੜਨਾ ਚਾਹੁੰਦੀਆਂ ਨੇ ਤੇ ਜਦੋਂ ਗੱਲ ਕੋਆਰਡੀਨੇਸ਼ਨ ਕਮੇਟੀ 'ਚ ਹੋਣੀ ਹੈ ਤੇ ਉੱਥੇ ਕਾਂਗਰਸ ਦੀ ਚੋਣ ਕਮੇਟੀ ਦੇ ਮੈਂਬਰ ਵੀ ਔਰ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਵੀ ਇਹ ਗੱਲ ਜ਼ੋਰ ਨਾਲ ਰੱਖਣਗੇ ਕੋਆਰਡੀਨੇਸ਼ਨ ਕਮੇਟੀ 'ਚ ਕਿ ਸਾਡੀ ਪੰਜਾਬ ਦੀ ਇਕਾਈ ਪੂਰੀਆਂ ਸੀਟਾਂ ਤੇ ਲੜਨਾ ਚਾਹੁੰਦੀ ਹੈ। ਅਜਿਹੇ ਹਾਲਾਤਾਂ 'ਚ ਆਮ ਆਦਮੀ ਪਾਰਟੀ ਵੀ ਉੱਥੇ ਕੋਆਰਡੀਨੇਸ਼ਨ ਕਮੇਟੀ 'ਚ ਕਹੇਗੀ ਕਿ ਅਸੀਂ ਵੀ ਸਾਰੀਆਂ ਸੀਟਾਂ ਤੇ ਲੜਨਾ ਚਾਹੁੰਦੇ ਹਾਂ। ਸੋ ਸੀਟਾਂ ਦੀ ਵੰਡ ਫਿਰ ਉਸੇ ਹਿਸਾਬ ਨਾਲ ਹੋਏਗੀ। ਅਸਲ 'ਚ ਜੇ ਦੇਖਿਆ ਜਾਵੇ ਤੇ ਕੋਆਰਡੀਨੇਸ਼ਨ ਕਮੇਟੀ ਕਿਹੜਾ ਫਾਰਮੂਲਾ ਬਣਾਉਂਦੀ ਹੈ ਉਹ ਫਾਰਮੂਲਾ ਪੂਰੇ ਦੇਸ਼ 'ਚ ਲਾਗੂ ਹੋਏਗਾ, ਕਿਉਂਕਿ ਅਗਰ ਇੰਡੀਆ ਗਠਬੰਧਨ ਨੇ ਮਿਲ ਜੁਲ ਕੇ 2024 'ਚ ਨਰਿੰਦਰ ਮੋਦੀ ਦਾ ਮੁਕਾਬਲਾ ਕਰਨਾ ਹੈ ਤੇ ਜਿਹੜੀਆਂ ਸੂਬਾ ਯੂਨਿਟ ਨੇ ਸੂਬਾ ਯੂਨਿਟਾਂ ਦੇ ਵਿੱਚ ਵੀ ਏਕਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਕਿ ਸੂਬਾ ਯੂਨਿਟ ਆਪਸ ਦੇ ਵਿੱਚ ਉਸੇ ਤਰ੍ਹਾਂ ਪਰਸਪਰ ਵਿਰੋਧੀ ਸਿਆਸਤ ਕਰਦੇ ਰਹਿਣ ਔਰ ਭਾਵੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਸੀਟਾਂ ਵੰਡ ਲੈਣ ਪਰ ਇੱਕ ਦੂਜੇ ਦੇ ਵਿਰੋਧ ਦੀ ਸਿਆਸਤ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਫਿਰ ਇੰਡੀਆ ਗਠਬੰਧਨ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਹਰਾ ਨਾ ਸਕੇ। ਹਾਲਾਂਕਿ ਪੰਜਾਬ 'ਚ ਸਥਿਤੀ ਬਹੁਤ ਘੱਟ ਬਣਦੀ ਨਜ਼ਰ ਆਉਂਦੀ ਹੈ। ਪੰਜਾਬ 'ਚ ਭਾਰਤੀ ਜਨਤਾ ਪਾਰਟੀ ਬਹੁਤ ਕਮਜ਼ੋਰ ਹੈ। ਭਾਰਤੀ ਜਨਤਾ ਪਾਰਟੀ ਕੋਲੇ ਜੇਤੂ ਕੈਂਡੀਡੇਟ ਨਹੀਂ ਹੈ। ਭਾਰਤੀ ਜਨਤਾ ਪਾਰਟੀ ਕੋਲੇ ਕਿਸਾਨੀ ਦਾ ਸਮਰਥਨ ਨਹੀਂ ਹੈ। ਪਰ ਜੇ ਗੱਲ ਪੰਜਾਬ ਤੋਂ ਬਾਹਰ ਦੀ ਕਰੀਏ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ 'ਚ ਸੀਟਾਂ ਦੀ ਵੰਡ ਹੈ। ਹਰਿਆਣੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਸੀਟਾਂ ਚਾਹੇਗੀ ਔਰ ਕਾਂਗਰਸ ਨੂੰ ਸੀਟਾਂ ਛੱਡਣੀਆਂ ਪੈਣਗੀਆਂ। ਅਗਰ ਕਾਂਗਰਸ ਹਰਿਆਣੇ 'ਚ ਵੀ ਸੀਟਾਂ ਨਹੀਂ ਛੱਡੇਗੀ ਫਿਰ ਉੱਥੇ ਵੀ ਸਥਿਤੀ ਉਹ ਬਣ ਸਕਦੀ ਹੈ। ਅਗਰ ਸਟੇਟ ਯੂਨਿਟ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਆਪਸ 'ਚ ਇਹਨਾਂ 'ਚ ਤਾਲਮੇਲ ਨਾ ਬਣਿਆ ਉਹਦੇ ਨਾਲ ਹਰਿਆਣੇ 'ਚ ਵੀ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ। ਠੀਕ ਉਸੇ ਤਰ੍ਹਾਂ ਦੀ ਪੋਜੀਸ਼ਨ ਰਾਜਸਥਾਨ 'ਚ ਬਣ ਸਕਦੀ ਹੈ। ਮੈਂ ਦੇਖ ਰਿਹਾ ਸੀ ਹਰਜੋਤ ਜੀ ਪਿਛਲੇ 3-4 ਮਹੀਨੇ 'ਚ ਆਮ ਆਦਮੀ ਪਾਰਟੀ ਨੇ ਬਹੁਤ ਜ਼ੋਰ ਲਾਇਆ। ਗੁਜਰਾਤ ਦੇ ਵਿੱਚ 13% ਦੇ ਕਰੀਬ ਉਹਨਾਂ ਦਾ ਵੋਟ ਬੈਂਕ ਹੈ। ਕਰਨਾਟਕਾ 'ਚ ਭਾਵੇਂ ਉਹ 1-2% ਤੇ ਰਹਿ ਗਏ ਪਰ ਛੱਤੀਸਗੜ੍ਹ ਦੇ ਵਿੱਚ ਉਹ ਬਹੁਤ ਸਰਗਰਮ ਨੇ, ਰਾਜਸਥਾਨ 'ਚ ਬਹੁਤ ਜ਼ਿਆਦਾ ਸਰਗਰਮ ਨੇ, ਮੱਧ ਪ੍ਰਦੇਸ਼ 'ਚ ਬਹੁਤ ਜ਼ਿਆਦਾ ਸਰਗਰਮ ਨੇ, ਹਰਿਆਣੇ 'ਚ ਬਹੁਤ ਸਰਗਰਮ ਨੇ ਔਰ ਹਰਿਆਣੇ 'ਚ ਆਮ ਆਦਮੀ ਪਾਰਟੀ ਦੀ ਸਥਿਤੀ ਪੰਜਾਬ ਵਾਲੀ ਬਣ ਸਕਦੀ ਹੈ। ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹਰਿਆਣੇ 'ਚ ਵੀ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ। ਬੀਜੇਪੀ ਦੀ ਸਥਿਤੀ ਵੀ ਕੋਈ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ। ਕਾਂਗਰਸ 'ਚ ਉੱਥੇ ਵੀ ਕਿਤੇ ਨਾ ਕਿਤੇ ਏਕਤਾ ਦੀ ਕਮੀ ਹੈ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਔਰ ਹਰਿਆਣੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਉਲਟ ਫੇਰ ਕਰ ਸਕਦੀ ਹੈ ਅਗਰ ਅਲੱਗ-ਅਲੱਗ ਲੜਨਗੇ ਤਾਂ। ਸੋ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਸੂਬਾ ਯੂਨਿਟ ਇਕੱਠੇ ਨਹੀਂ ਹੁੰਦੇ ਮੈਨੂੰ ਲੱਗਦਾ ਹੈ ਇੰਡੀਆ ਗਠਬੰਧਨ ਦੇ ਲਈ ਆਉਂਦੇ ਦਿਨਾਂ ਦੇ ਵਿੱਚ ਇੱਕ ਵੱਡੀ ਸਿਰਦਰਦੀ ਵਾਲਾ ਕੰਮ ਹੋ ਸਕਦਾ ਹੈ ਕਿ ਅਸੀਂ ਕਿਵੇਂ ਸੂਬਿਆਂ ਨੂੰ ਆਪਸੀ ਤਾਲਮੇਲ ਦੇ ਵਿੱਚ ਲਿਆਈਏ। ਮੇਰੀ ਸਮਝ ਇਹ ਕਹਿੰਦੀ ਹੈ। ਦੇਖੋ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੇ ਫਤਵੇ ਦੇ ਨਾਲ ਸਰਕਾਰ ਬਣਾ ਕੇ ਲੋਕਾਂ ਦੇ ਜਿਹੜਾ ਪੱਖ ਦੇ ਵਿੱਚ ਫੈਸਲੇ ਲੈ ਰਹੇ ਹਾਂ। ਲੋਕ ਪਿਆਰ ਕਰ ਰਹੇ ਨੇ, ਭਾਵੇਂ ਬਿਜਲੀ ਤੇ ਕੰਮ ਕਰਨਾ ਹੋਵੇ, ਭਾਵੇਂ ਪੜ੍ਹਾਈ ਤੇ ਹੋਵੇ, ਭਾਵੇਂ ਹੈਲਥ ਤੇ ਹੋਵੇ, ਭਾਵੇਂ ਇਨਫਰਾਸਟਰਕਚਰ ਤੇ ਹੋਵੇ, ਨੌਕਰੀਆਂ ਦੇਣੀਆਂ ਹੋਣ, ਚਾਹੇ ਕਿਸਾਨਾਂ ਨੂੰ ਮੁਆਵਜ਼ਿਆਂ ਦੀ ਗੱਲ ਹੋਵੇ, ਚਾਹੇ ਕਿਸੇ ਵੀ ਫੀਲਡ ਦੇ ਆਪਾਂ ਗੱਲ ਕਰੀਏ ਤਾਂ ਬਾਕੀ 2024 ਦੀਆਂ ਇਲੈਕਸ਼ਨਾਂ ਜਦੋਂ ਆਉਣਗੀਆਂ ਉਸ ਵੇਲੇ ਕੀ ਹਾਲਾਤ ਬਣਨੇ ਨੇ, ਦੇਸ਼ ਦੇ ਕੀ ਹਾਲਾਤ ਬਣਨੇ ਨੇ, ਉਦੋਂ ਆਪਣੇ ਮੁਲਕ ਦਾ ਨਾਂ ਕੀ ਹੋਊਗਾ ਇਹਦੇ ਬਾਰੇ ਵੀ ਵਿਚਾਰ ਕੀਤਾ ਜਾਊਗਾ। ਕੀ ਪਤਾ ਕੀ ਰੱਖ ਦੇਣ ਨਾ ਹੋ, ਉਹ ਤਾਂ ਮੁਲਕ ਦੇ ਨਾਂ ਹੀ ਪਹਿਲਾਂ ਤਾਂ ਇਕੱਲੇ ਰੇਲਵੇ ਸਟੇਸ਼ਨਾਂ ਦੇ ਨਾਂ ਹੀ ਬਦਲਦੇ ਸੀ, ਫਿਰ ਉਹ ਸ਼ਹਿਰਾਂ ਦੇ ਬਦਲਣ ਲੱਗ ਗਏ। ਹੁਣ ਮੁਲਕ ਦੇ ਨਾਮ ਬਾਰੇ ਵੀ ਉਹਨਾਂ ਨੂੰ ਕੋਈ ਪਤਾ ਨਹੀਂ, ਕੋਈ ਕਿਤੋਂ ਕੋਈ ਜੋਸ਼ੀ ਤੋਂ ਕਿਤੋਂ ਕਢਾਇਆ ਹੋਣਾ ਉਹਨਾਂ ਨੇ ਤੇ ਉਹਦੇ ਬਾਰੇ ਸੋਚ ਰਹੇ ਹਾਂ। ਹਜੇ ਇਹ ਹਾਈਪੋਥੈਟੀਕਲ ਕੁਐਸਚਨ ਹੈ, ਇਹਦੇ ਵਿੱਚ ਜੇ ਲੱਗਿਆ ਹੋਇਆ ਹੈ। ਸੋ ਜੇ ਆਮ ਆਦਮੀ ਪਾਰਟੀ ਇਕੱਲਿਆਂ ਇਲੈਕਸ਼ਨ ਲੜੀ 92 ਸੀਟਾਂ ਲੈ ਕੇ ਆਈ ਹੈ। ਸੋ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਤੀਜੀ ਵਾਰ ਸੱਤਾ 'ਚ ਹੈ। ਆਮ ਆਦਮੀ ਪਾਰਟੀ ਗੁਜਰਾਤ 'ਚ ਇਕੱਲੇ ਲੜੀ 13% ਤੋਂ ਜ਼ਿਆਦਾ ਵੋਟਾਂ ਆਈ। ਆਮ ਆਦਮੀ ਪਾਰਟੀ ਇੰਡੀਆ ਦੀ ਸਭ ਤੋਂ ਛੋਟੀ ਉਮਰ 'ਚ ਛੋਟੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਬਣ ਗਈ। ਸੋ ਅਸੀਂ ਇਕੱਲਿਆਂ ਲੜਨ ਵੀ ਜਾਣਦੇ ਹਾਂ, ਇਕੱਲਿਆਂ ਜਿੱਤਣ ਵੀ ਜਾਣਦੇ ਹਾਂ, ਸਰਕਾਰਾਂ ਬਣਾਉਣ ਵੀ ਜਾਣਦੇ ਹਾਂ ਤੇ ਸਰਕਾਰਾਂ ਚਲਾਉਣ ਵੀ ਜਾਣਦੇ ਹਾਂ। ਡੱਲਾ ਜੀ, ਜੇਕਰ ਹੁਣ ਆਪਾਂ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਇੱਕ ਟਵੀਟ ਕੀਤਾ ਤੇ ਉਹਨਾਂ ਦੇ ਟਵੀਟ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਉਹ ਇੰਡੀਆ ਗਠਬੰਧਨ ਦੀ ਹਮਾਇਤ ਵਿੱਚ ਨੇ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਹੀ, ਸਾਰੀ ਪਾਰਟੀਆਂ ਨੂੰ, ਲੀਡਰਸ ਨੂੰ ਜੋ ਹੈ
ਛੋਟੇ ਹਿੱਤਾਂ ਨੂੰ ਛੱਡ ਕੇ ਆਪਣੇ ਮੁਲਕ ਦੀ ਭਲਾਈ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਸੰਘੀ ਢਾਂਚੇ ਦੀ ਭਲਾਈ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਸੰਵਿਧਾਨ ਦੀ ਰਾਖੀ ਦੇ ਲਈ ਸਾਨੂੰ ਰਲ ਕੇ ਕਦਮ ਚੱਕਣੇ ਚਾਹੀਦੇ ਨੇ। ਸੋ ਇਸ ਤਰੀਕੇ ਦੀ ਜੋ ਹੈ ਗੱਲ ਉਹਨਾਂ ਨੇ ਆਪਣੇ ਟਵੀਟ ਦੇ ਜ਼ਰੀਏ ਕਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਇਹ ਚੋਣਾਂ ਹੁੰਦੀਆਂ ਨੇ ਇਹ ਸਾਡੇ ਆਉਣ ਵਾਲੀ ਪੀੜ੍ਹੀਆਂ ਦਾ ਭਵਿੱਖ ਹੈ। ਸੋ ਕਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਨੂੰ ਵੇਖਿਆ ਜਾਏ ਤੇ ਕੀ ਇਸ ਦਾ ਅੱਗੋਂ ਸਿਆਸੀ ਸੁਨੇਹਾ ਲੱਗ ਰਿਹਾ ਇਸ ਟਵੀਟ ਤੋਂ? ਬਿਲਕੁਲ, ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜਿਹੜਾ ਕੱਲ ਟਵੀਟ ਕੀਤਾ, ਹਰਜੋਤ ਜੀ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਟਵੀਟ ਨਾਲ ਵੀ ਸਿਆਸਤ ਦੇ ਵਿੱਚ ਗਰਮੀ ਪੈਦਾ ਹੋਈ। ਕੁਝ ਲੋਕ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੇ ਖੂਬ ਡਿਬੇਟ ਡਿਸਕਸ਼ਨਸ ਵੀ ਕਰ ਰਹੇ ਨੇ। ਟੈਲੀਵਿਜ਼ਨਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਦੀ ਖੂਬ ਕਪੜਛਾਣ ਕੀਤਾ ਜਾ ਰਿਹਾ ਹੈ। ਅਸਲ 'ਚ ਨਵਜੋਤ ਸਿੰਘ ਸਿੱਧੂ ਨੇ ਦੋ ਗੱਲਾਂ ਕਹੀਆਂ ਨੇ। ਇੱਕ ਤਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਜਿਹੜੀਆਂ ਚੋਣਾਂ ਲੜ ਰਹੇ ਹਾਂ ਅਗਲੀਆਂ, ਉਹ ਕਹਿੰਦੇ ਇਹ ਚੋਣਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਲੜੀਆਂ ਜਾ ਰਹੀਆਂ ਨੇ ਔਰ ਇਹਨਾਂ ਦੇ ਬਹੁਤ ਵੱਡੇ ਮਤਲਬ ਨੇ। ਨਵਜੋਤ ਸਿੰਘ ਸਿੱਧੂ ਦੇ ਟਵੀਟ ਦਾ ਮਤਲਬ ਸਾਫ਼-ਸਾਫ਼ ਤੇ ਜੋ ਮੈਨੂੰ ਹਰਜੋਤ ਜੀ ਸਮਝ ਆਇਆ, ਇੱਕ ਤਾਂ ਕਾਂਗਰਸ ਦੀ ਹਾਈ ਕਮਾਂਡ ਦੇ ਫੈਸਲੇ ਦੇ ਉਹ ਨਾਲ ਖੜੇ ਨੇ ਔਰ ਜਿਹੜਾ ਉਹਨਾਂ ਨੇ ਸ਼ਬਦ ਲਿਖਿਆ ਅਖੀਰ ਦੇ ਵਿੱਚ, ਜੁੜੇਗਾ ਭਾਰਤ ਜੀਤੇਗਾ ਇੰਡੀਆ। ਅਸਲ 'ਚ ਅੱਜ ਕੱਲ੍ਹ ਬੜੀ ਚਰਚਾ ਚੱਲ ਰਹੀ ਹੈ ਭਾਰਤ ਔਰ ਇੰਡੀਆ ਦੀ। ਸੋ ਦੋਵੇਂ ਸਾਡੇ ਕੌਨਸਟੀਟਿਊਸ਼ਨ 'ਚ ਦਰਜ ਹੈ, ਭਾਰਤ ਵੀ ਇੰਡੀਆ ਵੀ, ਦੋਵੇਂ ਨਾਮ ਸਾਡੇ ਮੁਲਕ ਦੇ ਨੇ। ਭਾਰਤ ਵੰਸ਼ ਵੀ ਸਾਡਾ ਬਹੁਤ ਪੁਰਾਣਾ ਨਾਮ ਚੱਲਿਆ ਆ ਰਿਹਾ। ਸੋ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਛੋਟੇ ਹਿੱਤ ਤਿਆਗਣੇ ਚਾਹੀਦੇ ਨੇ ਤੇ ਵੱਡੇ ਹਿੱਤਾਂ ਲਈ ਸਾਨੂੰ ਇਕੱਠੇ ਹੋਣਾ ਪੈਣਾ ਹੈ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਇਹ ਟਵੀਟ ਹੈ, ਇਹਦੀ ਸਾਰਥਿਕਤਾ ਇਸ ਕਰਕੇ ਵੱਧ ਜਾਂਦੀ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਜੋ ਕੁਝ ਡਿਬੇਟ ਹੋ ਰਿਹਾ, ਅੱਜ ਡਿਬੇਟ ਕੀ ਹੋ ਰਿਹਾ ਹਰਜੋਤ ਜੀ? ਅੱਜ ਡਿਬੇਟ ਹੋ ਰਿਹਾ ਇੱਕ ਮੁਲਕ ਇੱਕ ਚੋਣਾਂ। ਅੱਜ ਡਿਬੇਟ ਹੋ ਰਿਹਾ ਕਿ ਇੱਕੋ ਵੇਲੇ ਸਾਰੇ ਮੁਲਕ 'ਚ ਚੋਣਾਂ। ਸਾਡਾ ਸੰਘੀ ਢਾਂਚਾ ਸਾਡੇ ਸਾਰੇ ਰਾਜਾਂ ਨੂੰ ਇੱਕ ਖਾਸ ਤਰ੍ਹਾਂ ਦੀ ਆਜ਼ਾਦੀ ਦਿੰਦਾ ਆਪਣੀ ਸਰਕਾਰ ਚੁਣਨ ਦੀ। ਹੁਣ ਸਰਕਾਰਾਂ ਚੁਣੀਆਂ ਹੋਈਆਂ ਨੇ, ਜਿਹੜੀਆਂ ਸਰਕਾਰਾਂ ਚੁਣੀਆਂ ਹੋਈਆਂ ਨੇ ਉਹਨਾਂ ਸਰਕਾਰਾਂ ਦਾ ਕੀ ਬਣੇਗਾ? ਲੋਕਾਂ ਨੇ ਜਿਹੜੇ ਆਪਣੇ ਮਤ ਦੇ ਦਾਨ ਕੀਤੇ ਨੇ ਉਹਨਾਂ ਦਾ ਕੀ ਬਣੇਗਾ? ਇਸ ਕਰਕੇ ਜਿਹੜਾ ਇੱਕ ਚੋਣਾਂ ਇੱਕ ਦੇਸ਼, ਇਹ ਸੁਣਨ ਨੂੰ ਬਹੁਤ ਵਧੀਆ ਲੱਗਦਾ। ਇਹ ਟੈਕਸਾਂ ਦੇ ਵਿੱਚ ਵੀ ਗੱਲ ਆਈ ਸੀ, ਇੱਕ ਮੁਲਕ ਇੱਕ ਟੈਕਸ। ਅੱਜ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ GST ਦੇ ਦਾਇਰੇ 'ਚ ਨਹੀਂ ਆਈਆਂ। ਕਿੱਥੇ ਬਣਿਆ ਇੱਕ ਦੇਸ਼ ਇੱਕ ਟੈਕਸ? ਇਸ ਕਰਕੇ ਕਈ ਗੱਲਾਂ ਜਿਹੜੀਆਂ ਨੇ ਉਹ ਪੋਲੀਟੀਕਲ ਤੌਰ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਤਾਂ ਕਿ ਉਹਨਾਂ 'ਤੇ ਡਿਬੇਟ ਹੋਵੇ। ਅਸਲ ਮੁੱਦਿਆਂ ਤੋਂ ਧਿਆਨ ਭਟਕੇ ਅੱਜ ਮਹਿੰਗਾਈ, ਅੱਜ ਦਾਲਾਂ ਦੀਆਂ ਕੀਮਤਾਂ, ਅੱਜ ਪੈਟਰੋਲ ਦੀਆਂ ਕੀਮਤਾਂ, ਅੱਜ ਡੀਜ਼ਲ ਦੀਆਂ ਕੀਮਤਾਂ, ਅੱਜ ਗੈਸ ਸਿਲੰਡਰ ਦੀਆਂ ਕੀਮਤਾਂ, ਅੱਜ ਸਾਡੇ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ। ਇਸ ਕਰਕੇ ਬਹੁਤ ਸਾਰੀਆਂ ਚੁਣੌਤੀਆਂ ਨੇ। ਹਮੇਸ਼ਾ ਕੋਈ ਵੀ ਸਰਕਾਰਾਂ ਹੋਣ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਅਸਲ ਮੁੱਦਿਆਂ ਤੋਂ ਧਿਆਨ ਦੂਜੇ ਪਾਸੇ ਕਰੀਏ। ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ। ਕੋਈ ਵੀ ਸਰਕਾਰ ਹੋਵੇ, ਹਰ ਸਰਕਾਰ ਪੂਰੀ ਤਰ੍ਹਾਂ ਨਾਲ ਨਿਕੰਮੀ ਨਹੀਂ ਹੁੰਦੀ। ਕੋਈ ਵੀ ਸਰਕਾਰ ਹੋਵੇ ਉਹਦੇ 'ਚ ਚੰਗੇ ਕੰਮ ਵੀ ਹੁੰਦੇ ਨੇ, ਮਾੜੇ ਕੰਮ ਵੀ ਹੁੰਦੇ ਨੇ। ਚੰਗੇ ਕੰਮ ਵੀ ਹੁੰਦੇ ਨੇ, ਬਹੁਤ ਸਾਰੇ ਕੰਮਾਂ 'ਚ ਸਰਕਾਰ ਫੇਲ ਵੀ ਹੁੰਦੀ ਹੈ। ਇਸ ਕਰਕੇ ਹੁਣ ਵਾਲੀ ਸਰਕਾਰ ਹੈ ਕਈ ਚੰਗਾ 'ਚ ਕਮੀ, ਕਈ ਕੰਮਾਂ 'ਚ ਚੰਗੀ ਵੀ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਨਾਮ ਬੜਿਆ, ਗੱਲ ਸਮਝ ਆਉਂਦੀ ਹੈ। ਪਰ ਜਿਹੜਾ ਸੰਘੀ ਢਾਂਚਾ ਹੈ, ਜਿਹੜਾ ਸਾਡਾ ਮੁਲਕ ਹੈ, ਜਿਹੜਾ ਯੂਨੀਅਨ ਆਫ ਸਟੇਟਸ ਹੈ, ਜਿਹੜਾ ਸੰਘੀ ਢਾਂਚੇ ਦੇ ਹੱਕ ਨੇ, ਜਦੋਂ ਗਵਰਨਰ ਸੂਬਿਆਂ ਦੀਆਂ ਸਰਕਾਰਾਂ 'ਚ ਬੇਲੋੜੇ ਦਖਲ ਕਰਦੇ ਨੇ, ਜਦੋਂ ਲੈਫਟੀਨੈਂਟ ਗਵਰਨਰ ਦਖਲ ਕਰਦੇ ਨੇ, ਇਹਦੇ ਨਾਲ ਸੰਘੀ ਢਾਂਚਾ ਟੁੱਟਦਾ ਹੈ। ਸੰਘੀ ਢਾਂਚਾ ਕਮਜ਼ੋਰ ਉਦੋਂ ਹੁੰਦਾ ਹੈ ਜਦੋਂ ਸਾਡੇ ਵਰਗੇ ਸੂਬਿਆਂ ਨੂੰ ਪਾਣੀਆਂ ਦੇ ਹੱਕ ਨਹੀਂ ਮਿਲਦੇ, ਜਦੋਂ ਸਾਡੇ ਵਰਗੇ ਸੂਬਿਆਂ ਨੂੰ ਕੇਂਦਰ ਤੋਂ ਟੈਕਸ ਬੈਨੀਫਿਟ ਨਹੀਂ ਮਿਲਦੇ, ਜਦੋਂ ਸਾਡੇ ਵਰਗੇ ਸੂਬਿਆਂ ਨੂੰ ਬਾਰ-ਬਾਰ ਮੰਗਣ ਤੇ ਹੜ੍ਹਾਂ ਦੇ ਮੁਆਵਜ਼ੇ ਨਹੀਂ ਮਿਲਦੇ, ਜਦੋਂ ਸਾਡੇ ਵਰਗੇ ਸੂਬਿਆਂ ਦੇ ਟੈਕਸ ਕਲੈਕਸ਼ਨ ਦੇ ਪੈਸੇ ਸਾਨੂੰ ਸਮੇਂ ਸਿਰ ਨਹੀਂ ਮੁੜਦੇ, ਉਦੋਂ ਸੰਘੀ ਢਾਂਚੇ ਤੇ ਖਤਰਾ ਖੜਾ ਹੁੰਦਾ ਹੈ। ਔਰ ਨਵਜੋਤ ਸਿੰਘ ਸਿੱਧੂ ਦੇ ਟਵੀਟ ਦਾ ਮਤਲਬ ਸਪਸ਼ਟ ਹੈ ਕਿ ਅਸੀਂ ਸੰਵਿਧਾਨ ਦੀ ਭਾਵਨਾ ਨੂੰ ਬਰਕਰਾਰ ਰੱਖਣਾ ਹੈ, ਅਸੀਂ ਆਪਣੇ ਕੌਨਸਟੀਟਿਊਸ਼ਨ ਦੇ ਮੁਤਾਬਕ ਅੱਗੇ ਵਧਣਾ ਹੈ, ਅਸੀਂ ਸੰਘੀ ਢਾਂਚੇ ਦਾ ਪਹਿਰਾ ਦੇਣਾ ਹੈ, ਸੰਵਿਧਾਨਿਕ ਕਦਰਾਂ ਕੀਮਤਾਂ ਦਾ ਅਸੀਂ ਪਹਿਰਾ ਦੇਣਾ ਹੈ। ਅਸੀਂ ਬਹੁਤ ਜਿਹੜੀ ਧਰਮਾਂ ਦੀ ਅਸੀਂ ਮੁਲਕਾਂ, ਅਸੀਂ ਬਹੁਤ ਧਰਮਾਂ ਦਾ ਮੁਲਕਾਂ, ਇਸ ਮੁਲਕ 'ਚ ਹਰ ਧਰਮ ਦਾ ਸਤਿਕਾਰ ਹੋਵੇ। ਇਸੇ ਗੱਲਾਂ ਕਰਕੇ ਜਿਹੜਾ ਇੰਡੀਆ ਗਠਬੰਧਨ ਦਾ ਗਠਨ ਹੋਇਆ। ਔਰ ਇੰਡੀਆ ਗਠਬੰਧਨ ਦਾ ਮਤਲਬ ਹੀ ਇਹ ਹੈ ਕਿ ਅਸੀਂ ਪੂਰੇ ਮੁਲਕ 'ਚ ਮਿਲ ਕੇ ਚੋਣਾਂ ਲੜਦੀਆਂ ਨੇ। ਸੋ ਸੂਬਿਆਂ ਦੇ ਹਿਸਾਬ ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਆਪਸ ਦੇ ਵਿੱਚ ਸੀਟਾਂ ਵੰਡਣਗੀਆਂ। ਉਸ ਫਾਰਮੂਲੇ ਲਈ ਇੱਕ ਕੋਆਰਡੀਨੇਸ਼ਨ ਕਮੇਟੀ ਬਣੀ ਹੈ। ਉਸ ਕੋਆਰਡੀਨੇਸ਼ਨ ਕਮੇਟੀ ਨੇ ਤੈਅ ਕਰਨਾ ਹੈ ਵੀ ਕਿਹੜਾ ਸੂਬਾ ਕਿੱਥੇ ਕਿੰਨੀਆਂ ਚੋਣਾਂ ਲੜੇਗਾ। ਇਹਦੇ ਵਿੱਚ ਨਾ ਸੂਬੇ ਦੀ ਇਕਾਈ ਕੁਝ ਕਰ ਸਕਦੀ ਹੈ, ਨਾ ਕੋਈ ਵਿਅਕਤੀ ਵਿਸ਼ੇਸ਼ ਕੁਝ ਕਰ ਸਕਦਾ ਹੈ।
ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਇਹਦਾ ਵੈਲਕਮ ਕਰਤਾ ਕਿ ਜੋ ਕੋਆਰਡੀਨੇਸ਼ਨ ਕਮੇਟੀਆਂ ਤੈਅ ਕਰ ਦੇਣਗੀਆਂ, ਇੰਡੀਆ ਗਠਬੰਧਨ ਦੀ ਕੋਆਰਡੀਨੇਸ਼ਨ ਕਮੇਟੀ ਤੈਅ ਕਰ ਦੇਗੀ, ਸਾਨੂੰ ਮਨਜ਼ੂਰ ਹੈ। ਅਗਰ ਤੁਸੀਂ ਵੱਡੀ ਲੜਾਈ ਲੜਨੀ ਹੈ, ਮੁਲਕ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜਨੀ ਹੈ, ਮੁਲਕ ਦੇ ਸੰਘੀ ਢਾਂਚੇ ਨੂੰ ਬਚਾਉਣ ਦੀ ਲੜਾਈ ਲੜਨੀ ਹੈ, ਤੇ ਤੁਹਾਨੂੰ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਅੱਗੇ ਵਧਣਾ ਪਊਗਾ। ਔਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਨਾਲ ਇਕਜੁੱਟਤਾ ਦਿਖਾਈ ਹੈ ਕਿ ਮੈਂ ਹਾਈ ਕਮਾਂਡ ਦੇ ਹਰ ਫੈਸਲੇ ਦੇ ਨਾਲ ਖੜਾ। ਬਸ ਇੰਨਾ ਹੀ ਕਹਿਣਾ ਸੀ ਨਵਜੋਤ ਸਿੰਘ ਸਿੱਧੂ ਦਾ। ਔਰ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਤੇ ਵੀ ਕੱਲ ਦੀ ਬਹੁਤ ਸਿਆਸਤ ਹੋ ਰਹੀ ਹੈ। ਡੱਲਾ ਜੀ, ਕੱਲ ਇੱਕ ਫਿਰ ਅਹਿਮ ਮੀਟਿੰਗ ਹੋਈ ਹੈ। ਅਮਿਤ ਸ਼ਾਹ ਨੇ ਮੁਲਾਕਾਤ ਕੀਤੀ ਹੈ, ਮੀਟਿੰਗ ਕੀਤੀ ਹੈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ। ਸੋ ਇੱਕ ਮੁਲਕ ਇੱਕ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ ਸੀ। ਹਾਲਾਂਕਿ ਇਸ ਮੁੱਦੇ ਦੇ ਉੱਪਰ ਕਾਫੀ ਸਵਾਲ, ਸਿਆਸੀ ਬਿਆਨ ਲਗਾਤਾਰ ਜੋ ਹੈ ਸਾਹਮਣੇ ਆ ਰਹੇ ਨੇ। ਸੋ ਕਿਸ ਪਾਸੇ ਨੂੰ ਗੱਲ ਅੱਗੇ ਵੱਧਦੀ ਦਿਖਦੀ ਹੈ, ਇਸ ਦੇ ਉੱਪਰ ਗੱਲ ਜ਼ਰੂਰ ਕਰਿਓ, ਕਿਉਂਕਿ 18 ਸਤੰਬਰ ਨੂੰ ਸੈਸ਼ਨ ਸ਼ੁਰੂ ਹੋਣਾ ਹੈ। ਸੋ ਕਾਫੀ ਖਾਸ ਰਹਿਣ ਵਾਲਾ 18 ਸਤੰਬਰ ਨੂੰ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ। ਦਿਨ ਥੋੜੇ ਰਹਿ ਗਏ ਨੇ, ਪਰ ਜਿਹੜੀ ਕਮੇਟੀ ਹੈ ਇਸ ਦੀ ਗੱਲ ਕਰੀਏ ਤਾਂ ਕਦੋਂ ਕੁ ਆਪਣੀਆਂ ਸਿਫਾਰਿਸ਼ਾਂ ਦੇ ਸਕਦੀ ਹੈ ਕਿ ਸੱਚਮੁੱਚ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਇੱਕ ਮੁਲਕ ਇੱਕ ਚੋਣਾਂ ਦਾ ਬਿੱਲ ਜੋ ਹੈ ਪਾਸ ਹੋ ਕੇ ਆ ਸਕਦਾ ਹੈ? ਕੀ ਕਿਆਸ ਲਗਾਏ ਜਾ ਸਕਦੇ ਨੇ ਇਹਨਾਂ ਸਥਿਤੀਆਂ ਦੇ ਉੱਪਰ, ਤੇ ਕੀ ਕਹਿਣਾ ਚਾਹੋਗੇ ਤੁਸੀਂ? ਹਰਜੋਤ ਜੀ, ਰਾਮਨਾਥ ਕੋਵਿੰਦ ਜਿਹੜੇ ਸਾਬਕਾ ਰਾਸ਼ਟਰਪਤੀ ਨੇ, ਉਹ ਬਣਾਏ ਗਏ ਨੇ ਮੁਖੀ ਉਸ ਕਮੇਟੀ ਦੇ, ਜਿਹਦੇ ਵਿੱਚ 8 ਮੈਂਬਰ ਵੀ ਨੇ। ਇਸ ਕਮੇਟੀ ਨੇ ਤੈਅ ਕਰਨਾ ਹੈ ਕਿ ਮੁਲਕ ਦੇ ਵਿੱਚ ਇੱਕ ਚੋਣਾਂ ਕਦੋਂ ਹੋ ਸਕਦੀਆਂ ਨੇ, ਕਿਵੇਂ ਹੋ ਸਕਦੀਆਂ ਨੇ, ਵੱਖ-ਵੱਖ ਕਾਨੂੰਨ ਕੀ ਕਹਿੰਦੇ ਨੇ, ਵੱਖ-ਵੱਖ ਨਿਯਮ ਕਾਇਦੇ ਕਾਨੂੰਨ ਕੀ ਕਹਿੰਦੇ ਨੇ, ਕਿਸ ਤਰ੍ਹਾਂ ਦੀਆਂ ਸਿਫਾਰਿਸ਼ਾਂ, ਕਿਸ ਤਰ੍ਹਾਂ ਦੇ ਸੰਸ਼ੋਧਨ ਸੰਵਿਧਾਨ ਦੇ ਵਿੱਚ ਲੋੜੀਂਦੇ ਹੋਣਗੇ। ਇਹ ਸਾਰੀਆਂ ਰਿਕਮੈਂਡੇਸ਼ਨ ਹੈ ਜਿਹੜੀਆਂ ਇਸ ਕਮੇਟੀ ਨੇ ਕਰਨੀਆਂ ਨੇ। ਔਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਕਮੇਟੀ ਨੂੰ ਇਹ ਕਿਹਾ ਗਿਆ ਕਿ ਜਲਦ ਤੋਂ ਜਲਦ ਇਹਦੇ ਉੱਪਰ ਆਪਣੀਆਂ ਸਿਫਾਰਿਸ਼ਾਂ ਦਿੱਤੀਆਂ ਜਾਣ। ਬਹੁਤ ਸੰਭਾਵਨਾ ਹੈ ਕਿ ਪਾਰਲੀਮੈਂਟ ਦੇ ਆਉਂਦੇ ਸੈਸ਼ਨ 'ਚ ਜਿਹੜਾ 18 ਤੇ 19 ਸਤੰਬਰ ਨੂੰ ਹੈ, ਉਹਦੇ ਵਿੱਚ ਇਸ ਉੱਪਰ ਕੋਈ ਨਾ ਕੋਈ ਬਿੱਲ ਪੇਸ਼ ਕੀਤਾ ਜਾ ਸਕਦਾ ਹੈ ਔਰ ਕਾਨੂੰਨ ਵੀ ਪਾਸ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਵੀ ਜਿਹੜੇ ਕਿਆਸ ਨੇ ਉਹ ਲੱਗ ਰਹੇ ਨੇ। ਹੁਣ ਕੱਲ ਮੀਟਿੰਗ ਹੋਈ, ਉਹਦੇ ਵਿੱਚ ਅਮਿਤ ਸ਼ਾਹ ਮੁਲਾਕਾਤ ਕਰਕੇ ਆਏ। ਅਮਿਤ ਸ਼ਾਹ ਤੋਂ ਇਲਾਵਾ ਕੁਝ ਹੋਰ ਲੋਕ ਨੇ ਜਿਹੜੇ ਉਹ ਵੀ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਹੁਣ ਅਮਿਤ ਸ਼ਾਹ ਉਹਨਾਂ ਨੇ ਮੀਟਿੰਗ ਕੀਤੀ ਜਿਹੜੀ ਰਾਮਨਾਥ ਕੋਵਿੰਦ ਜਿਹੜੇ ਕਿ ਸਾਬਕਾ ਰਾਸ਼ਟਰਪਤੀ ਹੈ, ਉਸ ਮੀਟਿੰਗ ਦੇ ਵੇਰਵੇ ਬਾਹਰ ਨਹੀਂ ਆਏ, ਪਰ ਮੰਨਿਆ ਇਹੀ ਜਾ ਰਿਹਾ ਕਿਉਂਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਵੀ ਨੇ, ਉਹਨਾਂ ਨੇ ਸਾਰੇ ਕਾਨੂੰਨੀ ਪਹਿਲੂਆਂ ਤੇ ਸਲਾਹ ਮਸ਼ਵਰਾ ਕੀਤਾ ਹੋਣਾ। ਬੀਜੇਪੀ ਦੇ ਵਿੱਚ ਵੱਡੇ ਪੱਧਰ ਤੇ ਇਹ ਚਰਚਾ ਹੈ ਕਿ ਜੇ ਇੱਕ ਦੇਸ਼ ਇੱਕ ਚੋਣਾਂ ਦਾ ਕਾਨੂੰਨ ਬਣਦਾ ਹੈ, ਅਗਰ ਇੱਕੋ ਵੇਲੇ ਇੱਕੋ ਚੋਣਾਂ ਹੁੰਦੀਆਂ ਨੇ ਤੇ ਫਿਰ ਕਿਸ ਤਰ੍ਹਾਂ ਦਾ ਬੰਦੋਬਸਤ ਬਣੇਗਾ। ਜਿੱਥੋਂ ਤੱਕ ਮੇਰੀ ਸਿਆਸੀ ਸਮਝ ਕਹਿੰਦੀ ਹੈ ਹਰਜੋਤ ਜੀ, ਆਉਂਦੇ ਸਮੇਂ ਦੇ ਵਿੱਚ 5 ਸੂਬਿਆਂ ਦੀਆਂ ਚੋਣਾਂ ਨੇ ਜਿਹੜੀਆਂ ਇਸੇ ਸਾਲ 24 ਦਸੰਬਰ ਤੋਂ ਪਹਿਲਾਂ ਨੇ। ਉਹਦੇ ਵਿੱਚ ਵੱਡੇ ਸੂਬੇ ਵੀ ਨੇ, ਰਾਜਸਥਾਨ ਹੈ, ਤੇਲੰਗਾਨਾ ਹੈ, ਉਹਦੇ ਵਿੱਚ ਮੱਧ ਪ੍ਰਦੇਸ਼ ਹੈ, ਛੱਤੀਸਗੜ੍ਹ ਹੈ, ਇੱਕ ਸੂਬਾ ਹੋਰ ਹੈ। ਇਸੇ ਤਰ੍ਹਾਂ 5 ਸੂਬਿਆਂ ਦੇ ਵਿੱਚ 6 ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਅਗਲੇ ਸਾਲ 24 ਦਸੰਬਰ ਤੋਂ ਪਹਿਲਾਂ ਨੇ। ਉਹਦੇ ਵਿੱਚ ਰਾਜਸਥਾਨ ਵੀ ਹੈ, ਆਂਧਰ ਪ੍ਰਦੇਸ਼ ਵੀ ਹੈ। ਸੋ ਕਈ ਸੂਬੇ ਨੇ, ਮੇਰਾ ਖਿਆਲ ਆਂਧਰ ਪ੍ਰਦੇਸ਼ ਵੀ ਹੈ, ਕਈ ਸੂਬੇ ਨੇ। ਸੋ ਅਗਰ ਅਗਲੇ ਸਾਲ ਦਸੰਬਰ 24 ਤੋਂ ਪਹਿਲਾਂ ਘੱਟੋ ਘੱਟ 10 ਸੂਬਿਆਂ ਦੇ ਵਿੱਚ ਚੋਣਾਂ ਨੇ, ਤੇ ਅਜਿਹੇ ਮੌਕੇ ਤੇ ਬੀਜੇਪੀ ਚਾਹੁੰਦੀ ਹੈ ਕਿ ਪਹਿਲੇ ਗੇੜ 'ਚ ਅਗਰ ਲੋਕ ਸਭਾ ਚੋਣਾਂ ਦੇ ਨਾਲ ਇਹਨਾਂ 10 ਸੂਬਿਆਂ ਦੀਆਂ ਵੋਟਾਂ ਪੈ ਜਾਣ ਤੇ ਇਹਦੇ ਨਾਲ ਬੀਜੇਪੀ ਨੂੰ ਦੇਸ਼ ਪੱਧਰ ਤੇ, ਕੌਮੀ ਪੱਧਰ ਤੇ ਫਾਇਦਾ ਹੋ ਸਕਦਾ ਹੈ। ਉਂਝ ਇੱਕ ਮੁਲਕ ਇੱਕ ਚੋਣਾਂ ਦਾ ਫਾਰਮੂਲਾ ਕਦੇ ਕਾਮਯਾਬ ਨਹੀਂ ਹੋਣਾ। ਉਹ ਇਸ ਕਰਕੇ ਨਹੀਂ ਹੋਣਾ, ਅਗਰ ਮੰਨ ਲਓ ਕਿ ਸਾਡੇ ਮੁਲਕ 'ਚ ਇੱਕ ਵਾਰੀ ਇੱਕ ਮੁਲਕ ਇੱਕ ਚੋਣਾਂ ਦਾ ਫੈਸਲਾ ਹੋ ਕੇ ਵੋਟਾਂ ਪੈ ਜਾਂਦੀਆਂ ਨੇ, ਅਗਰ ਕਿਸੇ ਵੀ ਸੂਬੇ ਦੀ ਸਰਕਾਰ ਡਿੱਗ ਜਾਂਦੀ ਹੈ ਤੇ ਫਿਰ ਉੱਥੇ ਵੋਟਾਂ ਪਾਉਣੀਆਂ ਲਾਜ਼ਮੀ ਹੋਣਗੀਆਂ। ਅਗਰ ਕੇਂਦਰ ਦੀ ਸਰਕਾਰ ਹੀ ਡਿੱਗ ਜਾਂਦੀ ਹੈ ਕਿ ਸਾਰੇ ਮੁਲਕ 'ਚ ਦੁਬਾਰਾ ਵੋਟਾਂ ਪੈਣਗੀਆਂ। ਉਂਝ ਸਨ 51 ਤੋਂ ਸਨ 67 ਤੱਕ ਇੱਕੋ ਵਾਰੀ ਚੋਣਾਂ ਪੈਂਦੀਆਂ ਸੀ। ਜਦੋਂ ਰਾਸ਼ਟਰਪਤੀ ਸ਼ਾਸਨ ਲੱਗਣੇ ਸ਼ੁਰੂ ਹੋਏ ਤੇ ਇਹ ਵਿਵਸਥਾ ਗੜਬੜਾ ਗਈ। ਇਸ ਕਰਕੇ ਇਸ ਵੇਲੇ ਬੀਜੇਪੀ ਕਿਉਂ ਕਰਾਉਣਾ ਚਾਹੁੰਦੀ ਹੈ, ਇਹ ਸਵਾਲ ਵੱਡਾ ਹੈ। ਉਹਦੇ ਪਿੱਛੇ ਇੱਕ ਰਾਏ ਐਕਸਪਰਟਸ ਦੀ ਇਹ ਵੀ ਹੈ ਕਿ ਬੀਜੇਪੀ ਨੂੰ ਇਹ ਚਿੰਤਾ ਹੈ ਕਿ ਜਿਹੜੀਆਂ 5 ਸੂਬਿਆਂ ਦੀਆਂ ਚੋਣਾਂ ਨੇ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਅਗਰ ਇਹਦੇ ਵਿੱਚ ਬੀਜੇਪੀ ਚੰਗਾ ਪ੍ਰਦਰਸ਼ਨ ਨਾ ਕਰ ਪਾਈ ਤੇ ਫਿਰ ਮਈ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਖਤਰਾ ਖੜਾ ਹੋ ਸਕਦਾ ਹੈ। ਹਾਲ ਦੇ ਵਿੱਚ ਬੀਜੇਪੀ ਕਰਨਾਟਕਾ ਦੇ ਵਿੱਚ ਹਾਰੀ ਹੈ, ਬੀਜੇਪੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਰੀ ਹੈ। ਅਗਲੇ 5 ਸੂਬਿਆਂ 'ਚੋਂ ਅਗਰ ਬੀਜੇਪੀ 2-3 ਸੂਬੇ ਵੀ ਹਾਰ ਗਈ ਜਾਂ 2 ਸੂਬੇ ਵੀ ਹਾਰ ਗਈ, ਉਹਦੇ ਨਾਲ 2024 ਦੀਆਂ ਚੋਣਾਂ 'ਚ ਬੀਜੇਪੀ ਦੀ ਸਥਿਤੀ ਕਮਜ਼ੋਰ ਹੋ ਸਕਦੀ ਹੈ।
ਇਹ ਚਰਚਾ ਹੈ ਕਿ ਇਸ ਕਰਕੇ ਇਹ ਵਿਚਾਰ ਲਿਆਂਦਾ ਗਿਆ ਕਿ ਅਗਰ ਇੱਕ ਮੁਲਕ ਇੱਕ ਚੋਣਾਂ ਕਰਾ ਲਈਆਂ ਜਾਣ ਤੇ ਜਿਹੜੇ 5 ਸੂਬਿਆਂ 'ਚ 24 ਤੋਂ ਪਹਿਲਾਂ ਵੋਟਾਂ ਹੋਣੀਆਂ ਨੇ ਉਹਨਾਂ ਨੂੰ ਵੀ 24 ਨਾਲ ਕਰਾਇਆ ਜਾ ਸਕਦਾ ਹੈ, ਔਰ ਜਿਨ੍ਹਾਂ 5-6 ਸੂਬਿਆਂ 'ਚ 24 ਤੋਂ ਬਾਅਦ ਵੋਟਾਂ ਹੋਣੀਆਂ ਨੇ 24 ਦੇ ਵਿੱਚ ਹੀ ਉਹਨਾਂ ਨੂੰ ਵੀ ਨਾਲ ਕਰਾਇਆ ਜਾ ਸਕਦਾ ਹੈ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਇਹ ਵਿਚਾਰ ਕਾਲੀ ਕਾਲੀ ਦੇ ਵਿੱਚ ਆਇਆ ਤੇ ਇਸ ਵਿਚਾਰ ਤੇ ਪੋਲੀਟੀਕਲ ਤੌਰ ਤੇ ਸਰਕਾਰ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਵੱਖ-ਵੱਖ ਐਕਸਪਰਟਸ ਦੀ ਰਾਏ ਹੈ, ਇਹਦੇ ਪਿੱਛੇ ਬੀਜੇਪੀ ਦੀ ਹਕੀਕਤ ਦੇ ਵਿੱਚ ਸੋਚ ਕੀ ਹੈ ਉਹਦਾ ਖੁਲਾਸਾ ਪਾਰਲੀਮੈਂਟ ਦੇ ਸੈਸ਼ਨ 'ਚ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਪਾਰਲੀਮੈਂਟ ਦੇ ਸੈਸ਼ਨ 'ਚ ਇੱਕ ਮੁਲਕ ਇੱਕ ਚੋਣਾਂ ਦਾ ਬਿੱਲ ਨਾ ਹੀ ਆਏ, ਇਹ ਵੀ ਸੰਭਾਵਨਾ ਹੈ। ਪਰ ਜੋ ਮੌਜੂਦਾ ਹਾਲਾਤ ਬਣੇ ਨੇ, ਜਿਸ ਤਰ੍ਹਾਂ ਦੇ ਐਲੀਗੇਸ਼ਨਸ ਨੇ, ਉਹਦੇ ਵਿੱਚ ਜਿਹੜੇ ਵੱਖ-ਵੱਖ ਪੁਆਇੰਟਸ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਖੂਬ ਦਬ ਕੇ ਹੋ ਰਹੀ ਹੈ ਔਰ ਦਿਨ ਬਹੁਤ ਥੋੜੇ ਰਹਿ ਗਏ ਪਾਰਲੀਮੈਂਟ ਦੇ ਸੈਸ਼ਨ ਨੂੰ ਵੀ। ਸੋ ਅਗਰ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ ਰਾਮਨਾਥ ਕੋਵਿੰਦ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਦੇ ਵਿੱਚ ਜਿਹੜੀ ਕਮੇਟੀ ਬਣੀ ਹੈ, ਅਗਰ ਉਹ ਕੋਈ ਰਿਕਮੈਂਡੇਸ਼ਨ ਦਿੰਦੀ ਹੈ ਤੇ ਫਿਰ ਪਾਰਲੀਮੈਂਟ ਦਾ ਸੈਸ਼ਨ ਬੜਾ ਦਿਲਚਸਪ ਬਣੇਗਾ। ਸੋ ਡੱਲਾ ਜੀ, ਇੱਕ ਵਾਰ ਫਿਰ ਤੋਂ ਲੁਧਿਆਣਾ ਦਾ ਹਵਾਈ ਅੱਡਾ ਜੋ ਹੈ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੈ। ਲੁਧਿਆਣਾ ਹਵਾਈ ਅੱਡੇ ਤੋਂ ਇੱਕ ਵਾਰ ਫਿਰ ਤੋਂ ਉਡਾਨਾਂ ਦੀ ਸ਼ੁਰੂਆਤ ਹੋਗੀ। ਪਹਿਲਾਂ ਵੀ ਕਈ ਵਾਰ ਜੋ ਆਪਾਂ ਗੱਲ ਕਰ ਲਈਏ, ਕਈ ਮੈਂਬਰ ਪਾਰਲੀਮੈਂਟਸ ਨੇ ਲੁਧਿਆਣਾ ਹਵਾਈ ਅੱਡੇ ਤੋਂ ਉਡਾਨਾਂ ਦੀ ਸ਼ੁਰੂਆਤ ਕੀਤੀ ਸੀ, ਪਰ ਇਸ ਵਾਰੀ ਮੌਕਾ ਮਿਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ। ਕਿਵੇਂ ਵੇਖਦੇ ਹੋ ਲੁਧਿਆਣਾ ਹਵਾਈ ਅੱਡੇ ਤੋਂ ਇਸ ਵਾਰੀ ਜਿਹੜੀਆਂ ਅਗਰ ਉਡਾਨਾਂ ਸ਼ੁਰੂ ਹੋਣਗੀਆਂ, ਜਾਰੀ ਰਹਿਣਗੀਆਂ, ਜਾਰੀ ਰਹਿ ਸਕਣਗੀਆਂ, ਕੀ ਸਥਿਤੀਆਂ ਲੱਗਦੀਆਂ ਨੇ, ਜਾਂ ਫਿਰ ਇਸ ਵਾਰ ਇੱਕ ਵਾਰੀ ਫਿਰ ਅਸੀਂ ਇਹ ਦੇਖੀਏ ਕਿ ਇੱਕ ਵਾਰ ਫਿਰ ਤੋਂ ਇਹ ਜਿਹੜੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਨੇ ਇਹ ਮੌਸਮੀ ਉਡਾਣਾਂ ਹੀ ਰਹਿਣਗੀਆਂ? ਕੀ ਕਹੋਗੇ ਤੁਸੀਂ? ਹਰਜੋਤ ਜੀ, ਬਹੁਤ ਤੁਸੀਂ ਵਧੀਆ ਗੱਲ ਕਹੀ। ਇਹ ਦੇਖਣਾ ਪਏਗਾ ਵੀ ਕਿਤੇ ਇਹ ਮੌਸਮੀ ਉਡਾਨਾਂ ਨਾ ਬਣ ਜਾਣ। ਅਸਲ 'ਚ ਗੱਲ ਤਾਂ ਖੁਸ਼ੀ ਦੀ ਹੈ ਕਿ ਸਾਹਨੇਵਾਲ ਹਵਾਈ ਅੱਡਾ ਜਿਹੜਾ ਲੁਧਿਆਣੇ ਦੇ ਲਾਗੇ ਹੈ, ਉਹਦੇ ਤੋਂ ਹੁਣ ਸਾਡੇ ਮੁਲਕ ਦੇ ਦਿੱਲੀ NCR ਨੈਸ਼ਨਲ ਕੈਪੀਟਲ ਰੀਜਨ ਜਾਣ ਦੇ ਲਈ ਸਾਨੂੰ ਉਡਾਨਾਂ ਮਿਲਣਗੀਆਂ। ਔਰ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਹਿੰਡਨ ਜਿਹੜਾ ਗਾਜ਼ੀਆਬਾਦ ਦੇ ਵਿੱਚ ਹੈ ਉੱਥੇ ਤੱਕ ਉਡਾਨ ਦੀ ਸ਼ੁਰੂਆਤ ਕਰਾਈ। ਭਗਵੰਤ ਮਾਨ ਉਹਨਾਂ ਨੇ ਹਰੀ ਝੰਡੀ ਵਿਖਾਈ। ਪਿੱਛੇ ਜਿਹੜਾ ਡੋਮੈਸਟਿਕ ਜਹਾਜ਼ ਹੈ ਉਹ ਵੀ ਨਜ਼ਰ ਆ ਰਿਹਾ ਸਾਨੂੰ, ਔਰ ਇਹ ਬੜੀ ਖੁਸ਼ੀ ਵਾਲੀ ਗੱਲ ਹੈ। ਇੰਡਸਟਰੀਅਲ ਉਦਯੋਗ ਹੈ ਲੁਧਿਆਣਾ, ਇੰਡਸਟਰੀਅਲ ਸ਼ਹਿਰ ਹੈ। ਇੱਥੋਂ ਉਡਾਨਾਂ ਲਗਾਤਾਰ ਡੋਮੈਸਟਿਕ ਤਾਂ ਉੱਡਣੀਆਂ ਹੀ ਚਾਹੀਦੀਆਂ ਨੇ, ਪਰ ਬਦਕਿਸਮਤੀ ਇਹ ਹੈ ਕਿ ਜਦੋਂ ਵੀ ਇੱਥੇ ਅੰਤਰਰਾਸ਼ਟਰੀ ਉਡਾਨਾਂ ਉੱਡਦੀਆਂ ਨੇ ਤੇ ਉਹ ਬਹੁਤਾ ਲੰਮਾ ਸਮਾਂ ਨਹੀਂ ਉੱਡਦੀਆਂ, ਜਾਂ ਤਾਂ ਬਹੁਤ ਜ਼ਿਆਦਾ ਗਾਹਕ ਨਹੀਂ ਮਿਲਦੇ 에ਅਰਲਾਈਨਸ ਨੂੰ, ਜਾਂ ਹੋਰ ਵੱਖ-ਵੱਖ ਕਾਰਨ ਆ ਜਾਂਦੇ ਨੇ। ਹੁਣ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਅਸੀਂ ਖਾਸ ਤੌਰ ਦੇ ਉੱਤੇ ਇਹਦੇ ਲਈ ਕੋਸ਼ਿਸ਼ਾਂ ਕੀਤੀਆਂ, ਚੰਗੀ ਗੱਲ ਹੈ। ਪਰ ਇਸ ਤੋਂ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਇੱਕ ਵਾਰੀ ਕੋਸ਼ਿਸ਼ਾਂ ਕੀਤੀਆਂ, ਉਸ ਤੋਂ ਪਹਿਲਾਂ ਕਈ ਵਾਰੀ ਕੈਪਟਨ ਅਮਰਿੰਦਰ ਦੇ ਰਾਜ 'ਚ ਵੀ, ਸੁਖਬੀਰ ਬਾਦਲ ਦੇ ਰਾਜ 'ਚ ਵੀ ਸਾਹਨੇਵਾਲ ਹਵਾਈ ਅੱਡੇ ਤੋਂ ਜਹਾਜ਼ ਉੱਡਣੇ ਸ਼ੁਰੂ ਹੋਏ, ਪਰ ਹਮੇਸ਼ਾ ਨਹੀਂ ਉੱਡਦੇ। ਸੋ ਹੁਣ ਕੱਲ੍ਹ ਭਗਵੰਤ ਮਾਨ ਉਹਨਾਂ ਨੇ ਜਿਹੜਾ ਟਵੀਟ ਕੀਤਾ, ਉਹਨਾਂ ਦਾ ਟਵੀਟ ਵੀ ਬੜਾ ਚੰਗਾ ਸੀ। ਉਹ ਕਹਿੰਦੇ ਅਸੀਂ 에ਅਰਲਾਈਨ ਨੂੰ ਅਪੀਲ ਕੀਤੀ ਹੈ ਤੇ ਪਹਿਲੇ 3 ਮਹੀਨੇ ਲਈ ਜਿਹੜੀ ਉਡਾਨ ਦੀ ਟਿਕਟ ਹੈ ਉਹ 999 ਰੁਪਏ ਰੱਖੀ ਗਈ ਹੈ। ਸੋ ਅਗਰ ਇਹ ਟਿਕਟ 999 ਰੁਪਏ ਤਾਂ ਬਹੁਤੀ ਜ਼ਿਆਦਾ ਨਹੀਂ ਲੱਗਦੀ ਜੇ ਕਿਸੇ ਨੇ ਜਹਾਜ਼ 'ਚ ਉੱਡਣਾ। ਪਹਿਲਾਂ ਟਿਕਟ ਥੋੜ੍ਹੀ ਜ਼ਿਆਦਾ ਸੀ। ਸੋ ਅਗਰ 999 ਰੁਪਏ ਟਿਕਟ ਰੱਖੀ ਗਈ ਹੈ ਤੇ ਫਿਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਸਵਾਰੀਆਂ ਮਿਲਣਗੀਆਂ, ਸਵਾਰੀਆਂ ਘਟਣਗੀਆਂ ਨਹੀਂ। ਸੋ ਇਹ ਖੁਸ਼ੀ ਦੀ ਗੱਲ ਹੈ। ਪਰ ਇਸ ਮੌਕੇ 'ਤੇ ਭਗਵੰਤ ਮਾਨ ਹੋਣਾ ਨੇ ਇਹ ਜ਼ਰੂਰ ਉਮੀਦ ਪ੍ਰਗਟ ਕੀਤੀ ਕਿ ਇਹ ਲੰਮਾ ਸਮਾਂ ਬਹੁਤ ਕਾਮਯਾਬੀ ਦੇ ਨਾਲ ਇੱਥੋਂ ਉਡਾਨਾਂ ਜਾਣਗੀਆਂ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬਹੁਤ ਜਲਦ ਇਸ ਨੂੰ ਹੋਰ ਵੱਡਾ ਕਰਨ ਦੀ ਖੁਸ਼ਖਬਰੀ ਵੀ, ਜਿਹੜਾ ਸਾਹਨੇਵਾਲ ਹਵਾਈ ਅੱਡਾ ਹੈ ਇਹਦਾ ਪੱਧਰ ਔਰ ਇੱਥੋਂ ਜਿਹੜੀ ਫਲਾਈਟਾਂ ਦੀ ਸੰਖਿਆ ਹੈ ਉਹਨੂੰ ਅਸੀਂ ਵੱਡਾ ਕਰਨ ਦੇ ਲਈ ਵੀ ਵਚਨਬੱਧ ਹਾਂ। ਸੋ ਆਉਂਦੇ ਦਿਨਾਂ 'ਚ ਕੁਝ ਹੋਰ ਚੰਗੀਆਂ ਖਬਰਾਂ ਵੀ ਭਗਵੰਤ ਮਾਨ ਸਾਹਿਬ ਸੁਣਾ ਸਕਦੇ ਨੇ। ਸੋ ਮੈਂ ਲੁਧਿਆਣਾ ਵਾਸੀਆਂ ਨੂੰ ਵਧਾਈ ਦੇਣੀ ਚਾਹੁੰਦਾ ਇਸ ਗੱਲ ਲਈ ਕਿ ਅੱਜ ਤੋਂ ਲੁਧਿਆਣਾ ਹਿੰਡਨ ਯਾਨੀ ਕਿ ਗਾਜ਼ੀਆਬਾਦ ਵਾਲੀ ਫਲਾਈਟ ਸ਼ੁਰੂ ਹੋਈ ਹੈ। ਆਉਣ ਵਾਲੇ ਦਿਨਾਂ 'ਚ ਨਾਂਦੇੜ ਸਾਹਿਬ ਦੀ ਫਲਾਈਟ ਦਾ ਵੀ ਅਸੀਂ ਪ੍ਰਪੋਜ਼ਲ ਦਿੱਤਾ ਹੋਇਆ ਉੱਥੇ ਕਿ ਅੰਮ੍ਰਿਤਸਰ ਸਾਹਿਬ ਤੋਂ ਨਾਂਦੇੜ ਸਾਹਿਬ ਦਰਸ਼ਨ ਕਰਨ ਜਾਣੇ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ, ਤਾਂ ਉਹਦੀ ਵੀ ਬਹੁਤ ਜ਼ਿਆਦਾ ਮੰਗ ਹੈ ਕਿਉਂਕਿ ਜਿਹੜੀ ਟ੍ਰੇਨ ਜਾਂਦੀ ਹੈ ਉਹਦੀ 2-2 ਮਹੀਨਿਆਂ ਦੀ ਬੁਕਿੰਗ ਆ। ਸੋ ਆਦਮਪੁਰ ਜਿਹੜਾ 에ਅਰਪੋਰਟ ਹੈ ਜਲੰਧਰ ਦਾ, ਉੱਥੋਂ ਵਾਰਾਣਸੀ, ਉਹ ਵੀ ਇੱਕ ਰਿਲੀਜੀਅਸ ਟੂਰਿਜ਼ਮ 'ਚ ਆਉਂਦਾ ਕਿਉਂਕਿ
ਗੁਰੂ ਰਵਿਦਾਸ ਜੀ ਦੇ ਜਿਹੜੇ ਜਿੰਨੇ ਵੀ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਹਰ ਰੋਜ਼ ਜਿਹੜੇ ਉਹ ਵਾਰਾਣਸੀ ਜਾਂਦੇ ਆ, ਜਲੰਧਰ ਦੇ ਇਲਾਕੇ ਤੋਂ ਖਾਸ ਤੌਰ ਤੇ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਧੰਨਵਾਦ।